साडे बड़े सत्कारयोग हैं गुरु प्यारिओ, हर साल सानू दर्शन दे के जाते हैं। ते बाबा बुढ़ा साहब के दर ते भी हजूरी कथावाचक हैं। बड़ी कृपा है बाबा बुढ़ा साहब जी की इन्हां उत्ते। ते सतगुर सच्चे पातशाह आप ही सिर ते मेहर भरे हथ रख के कथा करवा लेंदे हैं। सो सारी संगतां दे चरनां च बेनती है कि जिन्हां गुरमुख प्यारिआं ने भाई प्रशादा छकिया है, आसे पासे फिरदे हैं, उन्हां अगे बेनती है कि भाई पंडाल दे विच जरूर आओ। गुरु जी का लंगर अटुट चल रहा है। लंगर छक के भाई आसे पासे ना फिरो। जेड़े काम वास्ते असीं आए हैं, रात्रि दे दीवान हैं ते आपां लाहा लैना। गुरमुख लाहा लै गए, मनमुख चले मूल गवाए जियो। गुरु प्यारे आसे पासे आपां नींद भी अपनी भंदनी है ते आसे पासे फिर के चले गए ते फिर कोई फायदा भी ना कोई होया। भरिया चिमचा चौलों का खा लिया, दंदां की कसरत ही ना हुई। उस हिसाब ना हो कि आप आसे पासे फिर के चले जाइए तो सानू कोई लाहा ना मिले। गुरु प्यारे अज आप लाहा लैना है। धन धन पूर्ण ब्रह्म ज्ञानी बाबा बुढ़ा साहब जी जिन्हों के प्रकाश दिहाड़े दी खुशियों में आप बड़े श्रद्धा से भावना के तन मन ते धन दे नाल सेवा कर रहे हो। तो भाई हुण मन भी आप लाउणा वा ते इत्थों लाहा लैके जाना है। हुण भाई बलविंदर सिंह जी संगतां नूं 7:15 तक 45 मिनट का समा बाबा जी का गुरशब्द दे नाल जोड़नगे। वाहिगुरू जी का खालसा, वाहिगुरू जी की फतेह। वाहिगुरु साहिब जी। आत्म रस जिन जानिया, हर रंग सहजे मान। नानक धन धन जन, आए ते परवान। दिलों मुहब्बत जिन सेई सचिया, जिन मन होर मुख होर, से कांडे कचिया। रते इश्क खुदाए रंग दीदार के, विसरिया जिन नाम ते भुए भार थिए। आप लिए लड़ लाए दर दरवेश से, तिन धन जनेंदी माओ, आए सफल से। गुर सिक्खी भाणा मन्निया, गुर पूरा पार लंघाए। गुर सिखां की हर धूड़ दे, हम पापी भी गत पाहे। गुर सिखां की हर धूड़ दे, हम पापी भी गत पाहे। परम सन्मानयोग चवर छतर तख्त दे मालक, पलत दे राखे किरपा निधान,
ਜਾਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ। ਸਰਵਰੇ ਕਾਇਨਾਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ। 10 ਪਾਤਸ਼ਾਹੀਆਂ ਦੇ ਆਤਮਿਕ ਸਵਰੂਪ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਉਰਾਨੰ। ਸ਼ਬਦ ਗੁਰੂ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਦੇ ਅੰਦਰ ਸੁਭਾਏਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਸਭ ਬੜੇ ਵੱਡੇ ਭਾਗਾਂ ਵਾਲੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦਇਆ ਦ੍ਰਿਸ਼ਟੀ ਦੇ ਸਦਕਾ ਗੁਰੂ ਘਰ ਦੇ ਅੰਨ੍ਹਣ ਸੇਵਕ ਸੇਵਾ ਅਤੇ ਨਿਮਰਤਾ ਦੇ ਪੁੰਜ। ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸੋ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਜੱਟਾ ਦੀ ਸਮੂਹ ਸਾਧ ਸੰਗਤ ਨੇ ਮਿਲ ਕਰਕੇ ਇਲਾਕਾ ਨਿਵਾਸੀ ਸਾਧ ਸੰਗਤਾਂ ਦੇ ਸਹਿਯੋਗ ਨਾਲ ਇਹ ਜੋ ਮਹਾਨ ਗੁਰਮਤਿ ਸਮਾਗਮ ਉਲੀਕੇ ਹਨ, ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਹਰ ਜਸ ਗਾਇਨ ਕਰਨ ਦਾ ਸਰਵਣ ਕਰਨ ਦਾ ਵਡਮੁੱਲਾ ਅਤੇ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸੋ ਬੜੇ ਹੀ ਪਿਆਰ ਦੇ ਨਾਲ ਦਾਸ ਤੋਂ ਪਹਿਲਾਂ ਆਪ ਜੀ ਨੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਹੋਰਾਂ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਇਸੇ ਤਰ੍ਹਾਂ ਹੀ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਕੁਝ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਰੀ ਸੰਗਤ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੇ ਬਚਨ ਆਪ ਜੀ ਨੇ ਸਰਵਣ ਕੀਤੇ ਹਨ। ਗੁਰ ਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਹੋਏ ਇਹ ਬਚਨ ਸ਼ਲੋਕ 12 ਤੇ ਵਧੀਕ ਦੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਿਹੜੇ ਗੁਰਸਿੱਖਾਂ ਨੇ ਗੁਰੂ ਦਾ ਭਾਣਾ ਮੰਨਿਆ, ਗੁਰੂ ਦਾ ਹੁਕਮ ਮੰਨਿਆ, ਪੂਰਾ ਗੁਰੂ ਕਿਰਪਾ ਕਰਕੇ ਉਹਨਾਂ ਨੂੰ ਇਹ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਪਦੀ ਹੋਈ ਮਨੁੱਖਤਾ ਨੂੰ ਠਾਰਨ ਦੇ ਵਾਸਤੇ ਸੰਸਾਰ ਦੇ ਉੱਤੇ ਆਏ ਤੇ ਇਸ ਤਪਦੀ ਹੋਈ ਲੁਕਾਈ ਨੂੰ ਆਨੰਦ ਸਹਿਜ ਸੁਖ ਬਖਸ਼ਣ ਦੇ ਵਾਸਤੇ ਉਹਨਾਂ ਨੇ ਆਪਣੀ ਅੰਮ੍ਰਿਤ ਰਸਨਾ ਤੋਂ ਬਾਣੀ ਦਾ ਉਚਾਰਨ ਕੀਤਾ। ਅੰਮ੍ਰਿਤਮਈ ਬਾਣੀ ਜਪਜੀ ਸਾਹਿਬ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਦੇ ਆਪਾਂ ਬਚਨ ਪੜ੍ਹੀਏ ਤੇ ਸੱਚੇ ਪਾਤਸ਼ਾਹ ਜੀ ਸਾਡੇ ਜੀਵਨ ਦਾ ਮਨੋਰਥ ਦੱਸਦੇ ਹੈ ਕਿ ਆਪਾਂ ਸਭਨਾਂ ਨੂੰ ਇਹ ਜੀਵਨ ਕਾਹਦੇ ਵਾਸਤੇ ਪ੍ਰਾਪਤ ਹੋਇਆ ਹੈ। ਕੀ ਸਾਡੇ ਜੀਵਨ ਦਾ ਮਨੋਰਥ ਭੋਜਨ ਪ੍ਰਸ਼ਾਦਾ ਛਕਣਾ, ਇਸ ਤਰ੍ਹਾਂ ਸੰਸਾਰ ਦਾ ਕਾਰ ਵਿਹਾਰ ਕਰਨਾ, ਜੀਵਨ ਦਾ ਨਿਰਵਾਹ ਕਰਨਾ, ਧਨ ਦੌਲਤ ਕਮਾਉਣਾ, ਖਰਚ ਦੇਣਾ, ਇਸੇ ਵਾਸਤੇ ਹੀ ਸਾਨੂੰ ਇਹ ਜੀਵਨ ਮਿਲਿਆ ਹੈ। ਤਿੰਨ ਅਵਸਥਾਵਾਂ ਨੇ ਜੀਵਨ ਦੀਆਂ, ਬਚਪਨ ਆਉਂਦਾ ਹੈ, ਫਿਰ ਜਵਾਨੀ ਆਉਂਦੀ ਹੈ, ਫਿਰ ਬੁਢੇਪਾ ਆਉਂਦਾ ਹੈ ਤੇ ਆਮ ਕਰਕੇ ਮਨੁੱਖ ਇਹ ਉਮਰ
ਇਸ ਤਰ੍ਹਾਂ ਹੀ ਸੰਸਾਰ ਦੇ ਵਿੱਚ ਦੁਨੀਆ ਦੇ ਰਸ ਕਸ ਭੋਗ ਕੇ, ਵਿਸ਼ੇ ਵਾਸ਼ਨਾ ਭੋਗ ਕੇ ਤੇ ਸੰਸਾਰ ਤੋਂ ਚਲਿਆ ਜਾਂਦਾ। ਪਰ ਮਹਾਰਾਜ ਕਹਿੰਦੇ ਇਹ ਜੀਵਨ ਕੇਵਲ ਇਹਨਾਂ ਕਾਰਜਾਂ ਵਾਸਤੇ ਨਹੀਂ ਮਿਲਿਆ। ਇਹ ਕਾਰਜ ਤੇ ਇਸ ਮਨੁੱਖਾ ਸਰੀਰ ਤੋਂ ਪਹਿਲਾਂ ਵੀ ਬੜੇ ਕੀਤੇ ਐ, ਪਦਾਰਥ ਵੀ ਬੜੇ ਛਕੇ ਐ, ਵਿਸ਼ੇ ਵੀ ਭੋਗੇ ਐ, ਘਰ ਬਾਰ ਵੀ ਬਣਾਏ ਐ। ਗੁਰੂ ਸਾਹਿਬ ਦੀ ਬਾਣੀ ਦੇ ਬਚਨ ਆਉਂਦੇ ਐ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਇਹੋ ਜਿਹੇ ਘਰ ਅਸੀਂ ਪਹਿਲਾਂ ਬੜੇ ਵਸਾ ਚੁੱਕੇ ਹਾਂ। ਬਹੁਤ ਵਾਰੀ ਅਸੀਂ ਮਾਤਾ ਪਿਤਾ ਦੀ ਜੂਨ ਵਿੱਚ ਆਏ, ਕਈਆਂ ਦੇ ਬੇਟੇ ਬਣੇ, ਕਈਆਂ ਦੇ ਧੀਆਂ ਪੁੱਤਰ ਬਣੇ। ਇਸ ਕਰਕੇ ਇਹਨਾਂ ਕਾਰਜਾਂ ਦੇ ਨਾਲ ਨਾਲ ਇੱਕ ਵਿਲੱਖਣ ਕਾਰਜ ਹੈ, ਉਹ ਇਹ ਹੈ ਕਿ ਜਿਸ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜੀਵਨ ਬਖਸ਼ਿਸ਼ ਕੀਤਾ ਏ, ਉਹ ਅਕਾਲ ਪੁਰਖ ਦੇ ਵਿੱਚ ਲੀਨ ਹੋਣਾ। ਅਸੀਂ ਸਾਰੇ ਉਸ ਪਰਮਾਤਮਾ ਦੀ ਅੰਸ਼ ਹੈ ਤੇ ਇਹ ਜੀਵਨ ਮਿਲਿਆ ਆਪਣੇ ਮੂਲ ਨੂੰ ਪਛਾਣਨ ਦੇ ਵਾਸਤੇ, ਉਸ ਪਰਮਾਤਮਾ ਦੇ ਵਿੱਚ ਲੀਨ ਹੋਣ ਵਾਸਤੇ। ਇਹ ਜੀਵਨ ਦੀ ਮਨੋਰਥ ਦਾ ਜਿਹੜਾ ਮਨੋਰਥ ਸੀ, ਉਹਦੀ ਸੋਝੀ ਸਾਨੂੰ ਸਤਿਗੁਰੂ ਮਹਾਰਾਜ ਨੇ ਬਖਸ਼ੀ ਕਿ ਇਸ ਜੀਵਨ ਦੇ ਵਿੱਚ ਤੂੰ ਸਚਿਆਰ ਬਣਨਾ ਏ। ਪਰਮਾਤਮਾ ਦੇ ਨਾਲ ਲਿਵ ਟੁੱਟਣ ਤੋਂ ਬਾਅਦ ਜਿਹੜਾ ਵਿਕਾਰਾਂ ਦਾ ਇੱਕ ਮੋਹ ਦਾ ਜਾਲ, ਕੂੜ ਦਾ ਜਾਲ ਤੇਰੇ ਅੰਦਰ ਬੁਣਿਆ ਗਿਆ ਏ, ਉਸ ਕੂੜ ਦੀ ਕੰਧ ਨੂੰ ਢਾਕ ਕੇ ਉਸ ਸਚਿਆਰ ਸੱਚੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋਣਾ ਏ। ਤੇ ਮਨੁੱਖ ਦੇ ਮਨ ਦੇ ਵਿੱਚ ਇਹ ਸਵਾਲ ਪੈਦਾ ਹੁੰਦਾ ਏ ਕਿ ਆਪਾਂ ਸਚਿਆਰ ਕਿਵੇਂ ਹੋਈਏ, ਕਿਵੇਂ ਸਾਡੇ ਬੰਧਨ ਟੁੱਟ ਜਾਣ, ਕਿਵੇਂ ਆਪਾਂ ਦੁੱਖਾਂ ਤੋਂ ਰਹਿਤ ਹੋ ਜਾਈਏ। ਕਿਉਂਕਿ ਜ਼ਿੰਦਗੀ ਵਿੱਚ ਹਰ ਮਨੁੱਖ ਹੀ ਆਪਣੀ ਜ਼ਿੰਦਗੀ 'ਚ ਆਨੰਦ ਚਾਹੁੰਦਾ ਹੈ, ਸੁੱਖ ਚਾਹੁੰਦਾ ਏ, ਸਹਿਜ ਚਾਹੁੰਦਾ ਏ ਤੇ ਉਹਦੇ ਵਾਸਤੇ ਬਹੁਤ ਸਾਰੇ ਯਤਨ ਵੀ ਕਰਦਾ ਏ। ਮਹਾਰਾਜ ਬਾਣੀ 'ਚ ਕਹਿੰਦੇ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਸੋ ਬੰਦਾ ਸੁੱਖ ਦੀ ਪ੍ਰਾਪਤੀ ਵਾਸਤੇ ਯਤਨ ਕਰਦਾ ਏ, ਆਨੰਦ ਦੀ ਪ੍ਰਾਪਤੀ ਦੇ ਵਾਸਤੇ ਕਈ ਤਰ੍ਹਾਂ ਦੇ ਉਦਮ ਕਰਦਾ ਏ। ਮਹਾਰਾਜ ਕਹਿੰਦੇ ਉਹ ਆਨੰਦ, ਉਹ ਸੁੱਖ ਤੈਨੂੰ ਉਦੋਂ ਮਿਲਣਾ ਏ ਜਦੋਂ ਤੂੰ ਸਚਿਆਰ ਬਣੇ, ਉਸ ਸੱਚੇ ਅਕਾਲ ਪੁਰਖ ਦੇ ਵਿੱਚ, ਵਾਹਿਗੁਰੂ ਦੇ ਵਿੱਚ ਲੀਨ ਹੋਵੇ। ਤੇ ਬੇਨਤੀ ਕੀਤੀ ਵੀ ਬੰਦਾ ਸਚਿਆਰ ਹੋਵੇ ਕਿਵੇਂ? ਉਸ ਪਰਮ ਆਨੰਦ ਅਵਸਥਾ ਨੂੰ, ਜਿੱਥੇ ਬੰਦੇ ਨੂੰ ਦੁੱਖ ਸੁੱਖ ਵਿਆਪਦਾ ਹੀ ਕੋਈ ਨਹੀਂ, ਜਿੱਥੇ ਸਦਾ ਹੀ ਆਨੰਦ ਹੈ, ਉਹ ਅਵਸਥਾ ਕਿਵੇਂ ਪ੍ਰਾਪਤ ਹੋਵੇ? ਤੇ ਇਹ ਸਵਾਲ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਅੰਦਰ ਹੀ ਕਰ ਦਿੱਤਾ ਤੇ ਉਹਦਾ ਜਵਾਬ ਵੀ ਸਾਨੂੰ ਜਪਜੀ ਸਾਹਿਬ ਦੇ ਅੰਦਰ ਬਖਸ਼ਿਸ਼ ਕੀਤਾ। ਅੰਮ੍ਰਿਤਮਈ ਬਚਨ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ। ਵੈਸੇ ਤੇ ਹਰ ਇੱਕ ਗੁਰਸਿੱਖ ਨੂੰ ਸਾਧ ਸੰਗਤ ਜੀ ਇਹ 5 ਬਾਣੀਆਂ ਪੜ੍ਹਨ ਦਾ ਹੁਕਮ ਹੈ, ਪਰ ਘੱਟੋ ਘੱਟ ਜੇ ਆਪਾਂ ਸ਼ੁਰੂਆਤ ਵੀ ਕਰਨੀ ਹੈ ਤੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਰੋਜ਼ ਜਾਪ ਕੀਤਾ ਜਾਵੇ ਜਾਂ ਉਹਨੂੰ ਗੁਰਸਿੱਖ ਸੁਣੇ। ਕਿਉਂਕਿ ਭਾਈ ਸੰਤੋਖ ਸਿੰਘ ਤੇ ਇੱਥੋਂ ਤੱਕ ਲਿਖਦੇ ਵੀ ਹਰ ਇੱਕ ਸਿੱਖ ਨੂੰ ਜਪਜੀ ਸਾਹਿਬ ਦਾ ਪਾਠ ਜ਼ੁਬਾਨੀ ਯਾਦ ਹੋਣਾ ਚਾਹੀਦਾ ਹੈ। ਉਹਨਾਂ ਦੇ ਬਚਨ ਨੇ, ਜੇ ਸਿੱਖ ਗੁਰੂ ਕਾ ਹੋਏ ਗਇਓ, ਜਪਜੀ ਕੰਠ ਨ ਕੀਨ, ਤੋਸ ਬਿਨ ਤੰਦੁਲ ਕਿਸ ਕਾਮ, ਐਸੇ ਸਿੱਖ ਕੋ ਚੀਨ। ਕਹਿੰਦੇ ਸਿੱਖ ਬਾਣੀ ਜਾਪ ਕਰੇ, ਉਹਨੂੰ ਸੁਣੇ, ਵਿਚਾਰੇ, ਕੰਠ ਕਰੇ। ਜੇ ਗੁਰਬਾਣੀ ਨਾਲ ਸਿੱਖ ਨਹੀਂ ਜੁੜਿਆ ਤੇ ਕਹਿੰਦੇ ਜਿਵੇਂ ਆਪਾਂ ਆ ਝੋਨਾ ਹੁਣ ਬੀਜਿਆ ਨਾ, ਵੱਢ ਰਹੇ ਆ ਤੇ ਕਹਿੰਦੇ ਝੋਨੇ ਦੇ ਵੇਖੋ ਦਾਣੇ ਲੱਗੇ ਆ, ਤੇ ਜੇ ਚੌਲ ਵਿੱਚੋਂ ਕੱਢ ਦਈਏ ਤੇ ਬਾਕੀ ਮਗਰ ਤੋ ਬਚਦਾ ਏ। ਕਹਿੰਦੇ ਗੁਰਬਾਣੀ ਤੋਂ ਬਿਨਾਂ ਗੁਰਸਿੱਖ ਇਸ ਤਰ੍ਹਾਂ ਹੈ ਜਿਵੇਂ ਚੌਲ ਦਾ ਦਾਣਾ ਵਿੱਚੋਂ ਕੱਢ ਲਿਆ ਤੇ ਤੋ ਰਹਿ ਗਿਆ, ਤੇ ਤੋ ਬਿਨਾਂ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੈ। ਬਿਲਕੁਲ ਇਸੇ ਤਰ੍ਹਾਂ ਜੇ ਸਾਡੀ ਜ਼ਿੰਦਗੀ ਵਿੱਚ ਗੁਰੂ ਦੀ ਬਾਣੀ ਨਹੀਂ, ਵਾਹਿਗੁਰੂ ਦਾ ਨਾਮ ਨਹੀਂ, ਤੇ ਨਾਮ ਬਾਣੀ ਤੋਂ ਬਿਨਾਂ ਇਹ ਜ਼ਿੰਦਗੀ ਵੀ ਤੋਹ ਦੀ ਤਰ੍ਹਾਂ ਹੈ, ਇਹਦਾ ਕੋਈ ਮੁੱਲ ਨਹੀਂ ਹੈ। ਇਸ ਕਰਕੇ ਜਪਜੀ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਬਖਸ਼ਾਂ ਕੀਤੀਆਂ। ਮਹਾਰਾਜ ਬਚਨ ਉਚਾਰਨ ਕਰਦੇ ਹੈ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਕਿ ਜੀਵ ਸਚਿਆਰ ਕਿਵੇਂ ਹੋ ਜਾਵੇ, ਸੱਚ ਦਾ ਪਾਂਧੀ ਕਿਵੇਂ ਬਣ ਜਾਵੇ।
ਤੇ ਗੁਰੂ ਜੀ ਨੇ ਕਿਰਪਾ ਕੀਤੀ ਅਗਲੇ ਬਚਨਾਂ ਵਿੱਚ ਵੀ ਸੱਚਾ ਕਿਵੇਂ ਹੋਵੇ, ਝੂਠ ਦੀ ਕੰਧ, ਝੂਠ ਦੀ ਪਾਲ ਕਿਵੇਂ ਟੁੱਟੇ। ਤੇ ਮਹਾਰਾਜ ਕਹਿਣ ਲੱਗੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਹਿੰਦੇ ਜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲੇ, ਜਿਹੜਾ ਧੁਰ ਦਰਗਾਹ ਇਹਦੇ ਨਾਲ ਲਿਖਿਆ ਏ, ਜੋ ਉਹਦਾ ਹੁਕਮ ਹੈ ਉਹਦੇ ਹੁਕਮ ਦੇ ਵਿੱਚ ਚੱਲੇ ਤੇ ਇਹਦਾ ਸਚਿਆਰ ਹੋ ਜਾਵੇਗਾ ਤੇ ਇਹਦੀ ਝੂਠ ਦੀ ਬੰਧਨਾਂ ਦੀ ਪਾਲ ਜਿਹੜੀ ਹੈ ਉਹ ਟੁੱਟ ਜਾਵੇਗੀ। ਤੇ ਆਪਾਂ ਕਹਿਣਾ ਏ ਕਿ ਪਰਮਾਤਮਾ ਦਾ ਹੁਕਮ ਕੀ ਹੈ, ਵਾਹਿਗੁਰੂ ਨੇ ਸਾਨੂੰ ਕੀ ਹੁਕਮ ਕੀਤਾ ਏ। ਤੇ ਸਾਧ ਸੰਗਤ ਗੁਰੂ ਕੀ ਅੰਮ੍ਰਿਤ ਬਾਣੀ ਵਿੱਚੋਂ ਸਾਨੂੰ ਇਸ ਗੱਲ ਦਾ ਨਿਰਣਾ ਹੁੰਦਾ ਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਦਾ ਹੁਕਮ ਇਹ ਸਾਰੀ ਬਾਣੀ ਹੈ। ਅਕਾਲ ਪੁਰਖ ਨੇ ਆਪਣਾ ਰੂਪ ਗੁਰੂ ਨਾਨਕ ਸਾਹਿਬ ਜੀ ਦੇ ਰੂਪ 'ਚ ਧਾਰਨ ਕੀਤਾ। 10 ਜਾਮਿਆਂ ਦੇ ਵਿੱਚ ਉਹ ਧੁਰ ਦਰਗਾਹੋਂ ਅਕਾਲ ਪੁਰਖ ਦਾ ਹੁਕਮ ਦ੍ਰਿੜ ਕਰਾਇਆ ਤੇ ਫਿਰ ਆਪਣਾ ਰੂਪ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਪ੍ਰਗਟ ਕਰਕੇ ਉਹ ਅਕਾਲ ਪੁਰਖ ਦਾ ਹੁਕਮ ਦ੍ਰਿੜ ਕਰਾ ਰਹੇ ਨੇ। ਤੇ ਬਚਨ ਕੀਤੇ ਜਿਹੜਾ ਜਿਹੜਾ ਵੀ ਇਸ ਹੁਕਮ ਨੂੰ ਮੰਨਦਾ ਜਾਵੇਗਾ ਉਹਦਾ ਪਾਰ ਉਤਾਰਾ ਹੁੰਦਾ ਜਾਵੇਗਾ, ਉਹ ਸੱਚ ਦਾ ਪਾਂਧੀ ਬਣੇਗਾ, ਉਹ ਸਚਿਆਰ ਹੋ ਜਾਵੇਗਾ, ਉਹਦੇ ਦੁੱਖ ਕਲੇਸ਼ ਬੰਧਨ ਟੁੱਟ ਜਾਣਗੇ। ਸਤਿਗੁਰੂ ਮਹਾਰਾਜ ਦੇ ਬਚਨ ਨੇ ਫੁਰਮਾਨੀ ਹੈ ਕਾਰ ਖਸਮ ਪਠਾਇਆ। ਫੁਰਮਾਨ ਕਹਿੰਦੇ ਆ ਹੁਕਮ ਨੂੰ। ਕਹਿਣ ਲੱਗੇ ਫੁਰਮਾਨੀ ਹੈ ਕਾਰ ਖਸਮ ਪਠਾਇਆ। ਪਠਾਇਆ ਦਾ ਅਰਥ ਹੁੰਦਾ ਏ ਭੇਜਣਾ। ਕਹਿੰਦੇ ਖਸਮ ਨੇ ਬੰਦੇ ਨੂੰ ਭੇਜਿਆ ਏ ਕਾਹਦੇ ਵਾਸਤੇ, ਇਹ ਪਰਮਾਤਮਾ ਦਾ ਹੁਕਮ ਕਮਾਵੇ ਆਪਣੀ ਜ਼ਿੰਦਗੀ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਚੱਲੇ, ਉਹਦੇ ਹੁਕਮ ਨੂੰ ਮੰਨੇ। ਉਹ ਹੁਕਮ ਕੀ ਹੈ, ਮਹਾਰਾਜ ਕਹਿੰਦੇ ਤਬਲ ਬਾਜ ਵਿਚਾਰ ਸ਼ਬਦ ਸੁਣਾਇਆ। ਕਹਿੰਦੇ ਕਿ ਗੁਰੂ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੋਈ ਰਾਜ ਦਾ ਹੁਕਮ ਸੁਣਾਉਣਾ ਹੁੰਦਾ ਸੀ ਨਾ, ਤੇ ਨਗਾਰ 'ਚ ਹੀ ਫਿਰ ਜਿਹੜਾ ਸੀ ਉਹ ਡਗਾ ਲਾ ਕੇ ਨਗਾਰੇ ਤੇ ਉਹ ਹੋਕਾ ਦਿੰਦਾ ਸੀ, ਹੁਕਮ ਸੁਣਾਉਂਦਾ ਸੀ। ਕਹਿੰਦੇ ਪਰਮਾਤਮਾ ਦਾ ਹੁਕਮ ਤਬਲ ਬਾਜ ਵਿਚਾਰ ਸ਼ਬਦ ਸੁਣਾਇਆ। ਗੁਰੂ ਸਾਹਿਬ ਨੇ ਸ਼ਬਦ ਦੇ ਰੂਪ ਦੇ ਵਿੱਚ ਸਾਰੇ ਸੰਸਾਰ ਨੂੰ ਸੁਣਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਹੁਕਮ ਨੂੰ ਸੁਣਿਆ, ਜਿਨ੍ਹਾਂ ਨੇ ਸੁਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਿਆ, ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਚਿਆਰ ਬਣ ਗਏ। ਉਹ ਇੱਕ ਦੋ ਨਹੀਂ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਕਹਿੰਦੇ ਮੇਰੇ ਇੱਕ ਦੀ ਕੀ ਗੱਲ, ਕਰੋੜਾਂ ਹੀ ਅਪਰਾਧੀ ਪਾਪ ਗੁਨਾਹ ਕਰਨ ਵਾਲੇ ਤਰ ਗਏ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਿਨ੍ਹਾਂ ਨੇ ਵੀ ਸੁਣਿਆ, ਜਿਨ੍ਹਾਂ ਨੇ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਕਹਿੰਦੇ ਉਹ ਫਿਰ ਕਦੀ ਆਵਾ ਗਾਉਣ ਵਿੱਚ ਨਹੀਂ ਪਏ, ਗਰਭ ਵਿੱਚ ਨਹੀਂ ਪਏ, ਉਹ ਸਦਾ ਵਾਸਤੇ ਜਨਮ ਤੋਂ ਮੁਕਤ ਹੋ ਗਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਗੁਰੂ ਦਾ ਭਾਣਾ, ਗੁਰੂ ਦਾ ਹੁਕਮ ਜਿਨ੍ਹਾਂ ਨੇ ਵੀ ਕਮਾਇਆ ਉਹਨਾਂ ਨੂੰ ਗੁਰੂ ਨੇ ਪਾਰ ਕਰ ਦਿੱਤਾ। ਕਿਉਂਕਿ ਜਿਹੜੀ ਗੁਰਬਾਣੀ ਦੇ ਵਿੱਚ ਸਿੱਖ ਦੀ ਪਰਿਭਾਸ਼ਾ ਹੈ, ਉਹ ਸੱਚੇ ਪਾਤਸ਼ਾਹ ਜੀ ਨੇ ਇਹੀ ਕਥਨ ਕੀਤੀ ਹੈ ਕਿ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਕਹਿੰਦੇ ਉਹ ਸਿੱਖ ਹੈ ਗੁਰੂ ਕਾ ਸਖਾ ਬੰਦਪ ਹੈ, ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ ਏ, ਉਹ ਗੁਰੂ ਦਾ ਪਿਆਰਾ ਸਿੱਖ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜੇ ਕੋਈ ਆਪਣੇ ਭਾਣੇ ਆਪਣੀ ਮਰਜ਼ੀ ਨਾਲ ਚੱਲਦਾ ਏ, ਉਹ ਗੁਰੂ ਤੋਂ ਵਿਛੜ ਕੇ ਚੋਟਾਂ ਖਾਂਦਾ ਏ। ਜੇ ਕੋਈ ਕਹਿ ਦਵੇ ਕਿ ਮੈਨੂੰ ਗੁਰੂ ਤੋਂ ਬੇਮੁਖ ਹੋਇਆ, ਕਿਸੇ ਪਦਾਰਥ ਵਿੱਚ ਕਿਸੇ ਤਰ੍ਹਾਂ ਜਾਂ ਹੋਰ ਕਿਸੇ ਥਾਂ ਤੋਂ ਸੁੱਖ ਮਿਲ ਜਾਵੇਗਾ, ਤੇ ਮਹਾਰਾਜ ਨੇ ਕਿਹਾ ਬਿਨ ਸਤਿਗੁਰ ਸੁੱਖ ਕਦੇ ਨਾ ਪਾਵੇ ਭਾਈ, ਫਿਰ ਪਛਤਾਵੇ। ਗੁਰੂ ਤੋਂ ਬਿਨਾਂ ਕਹਿੰਦੇ ਸੁੱਖ ਕਦੀ ਜ਼ਿੰਦਗੀ ਦੇ ਵਿੱਚ ਨਹੀਂ ਆ ਸਕਦਾ, ਤੇ ਗੁਰੂ ਤੋਂ ਬੇਮੁਖ ਹੋ ਕੇ ਜੀਵ ਪਛਤਾਉਂਦਾ ਏ। ਪਰ ਜਿਨ੍ਹਾਂ ਜਿਹੜੇ ਗੁਰੂ ਦੇ ਸਨਮੁਖ ਹੋਏ ਐ, ਮਹਾਰਾਜ ਕਹਿੰਦੇ ਗੁਰੂ ਨੇ ਉਹਨਾਂ ਤੇ ਕਿਰਪਾ ਕੀਤੀ, ਉਹਨਾਂ ਨੂੰ ਪਾਰ ਉਤਾਰਾ ਕਰ ਦਿੱਤਾ। ਗੁਰ ਪੂਰਾ ਪਾਰ ਲੰਘਾਏ, ਪੂਰੇ ਗੁਰੂ ਨੇ ਉਹਨਾਂ ਨੂੰ ਪਾਰ ਉਤਾਰ ਦਿੱਤਾ ਏ।
ਉਹਨਾਂ ਦਾ ਇਹ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਕੀਤਾ। ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਇੰਨੀਆਂ ਕਿਰਪਾ ਕਰਦੇ ਨੇ ਉਸ ਸਿੱਖ ਦੇ ਪਰਥਾਏ। ਮਹਾਰਾਜ ਕਹਿੰਦੇ ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਕਹਿੰਦੇ ਜਿਹੜਾ ਗੁਰੂ ਦੇ ਦਰ ਦੇ ਉੱਤੇ ਸੇਵਕ ਰਹਿੰਦਾ ਏ, ਉਹ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ 'ਚ ਕਮਾਵੇ। ਤੇ ਜਦੋਂ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਆਪਾਂ ਜੀਵਨ ਪੜ੍ਹਦੇ ਆ ਨਾ, ਜਿੰਨੀ ਗੁਰੂ ਸਾਹਿਬ ਨੇ ਸਿੱਖ ਨੂੰ ਵਡਿਆਈ ਬਖਸ਼ੀ ਹੈ, ਸਿੱਖ ਦਾ ਆਚਰਣ, ਸਿੱਖ ਦਾ ਜੀਵਨ ਕੈਸਾ ਹੋਵੇ, ਉਹ ਹਰ ਇੱਕ ਕਰਮ, ਹਰ ਗੁਣ ਸਾਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਵਿੱਚੋਂ ਮਿਲਦਾ ਹੈ। ਗੁਰਬਾਣੀ ਨੇ ਐਸੇ ਗੁਰਸਿੱਖਾਂ ਨੂੰ, ਐਸੇ ਮਹਾਂਪੁਰਖਾਂ ਨੂੰ, ਐਸੇ ਗੁਰੂ ਪਰਮੇਸ਼ਰ ਦੇ ਸੇਵਕਾਂ ਨੂੰ ਧੰਨ ਕਿਹਾ ਏ। ਤੇ ਇੱਕ ਵਾਰੀ ਨਹੀਂ, ਬੜੀ ਵਾਰੀ ਬਾਣੀ ਦੇ ਵਿੱਚ ਇਹ ਕਿਹਾ ਗਿਆ ਏ ਕਿ ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪਰਵਾਨ ਗਣੀ ਸੇਈਏ ਆਏ। ਕਹਿੰਦੇ ਉਹ ਧਨ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੈ, ਤੇ ਉਹ ਪਰਵਾਨ ਨੇ। ਕਿਉਂਕਿ ਆਏ ਬਹੁਤ ਨੇ ਪਰ ਪਰਵਾਨ ਸਾਰੇ ਨਹੀਂ ਹੁੰਦੇ। ਬਹੁਤ ਦੁਨੀਆ ਆ ਰਹੀ ਹੈ, ਬਹੁਤ ਆਪਾਂ ਜਾ ਰਹੇ ਹਾਂ, ਪਰ ਮਹਾਰਾਜ ਕਹਿੰਦੇ ਬੜੇ ਕੂਚ ਕਰੇ ਆਵੈ ਬਿਖਲਾਦੇ, ਸ਼ਬਦ ਸੱਚੇ ਗੁਰ ਮੇਰਾ। ਮਹਾਰਾਜ ਕਹਿੰਦੇ ਆਉਂਦੇ ਤੇ ਜਾਂਦੇ ਅਨੇਕਾਂ ਜੰਮ ਰਹੇ, ਅਨੇਕਾਂ ਮਰ ਰਹੇ ਹੈ, ਪਰ ਸਫਲ ਉਹੀ ਹੋਏ ਜਿਨ੍ਹਾਂ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਕੇ ਸੱਚੇ ਨਾਮ ਦੀ ਸੇਵਾ ਸਿਮਰਨ ਦੀ ਘਾਲਣਾ ਘਾਲੀ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਦਾ ਸਾਰਾ ਜੀਵਨ ਸਾਨੂੰ ਇਸ ਗੱਲ ਦੀ ਵਿਆਖਿਆ ਕਰਦਾ ਹੈ, ਬਾਣੀ ਦੀ ਵਿਆਖਿਆ ਕਰਦਾ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦਾ ਜਨਮ ਸਾਧ ਸੰਗਤ ਜੀ ਸਤਿਕਾਰਯੋਗ ਪਿਤਾ ਭਾਈ ਸੁੱਗਾ ਜੀ ਤੇ ਸਤਿਕਾਰਯੋਗ ਧੰਤਾ ਦੇ ਯੋਗ ਮਾਤਾ ਗੌਰਾਂ ਜੀ ਦੀ ਕੁੱਖ ਤੋਂ 7 ਕੱਤੇ ਨੂੰ ਕੱਥੂ ਨੰਗਲ ਦੀ ਧਰਤੀ ਤੇ 1506 ਈਸਵੀ ਦੇ ਵਿੱਚ ਸਾਧ ਸੰਗਤ ਜੀ ਹੋਇਆ। ਬਚਪਨ ਦੇ ਕੁਝ ਸਾਲ ਕੱਥੂ ਨੰਗਲ ਦੀ ਧਰਤੀ ਤੇ ਬਤੀਤ ਕਰਨ ਤੋਂ ਬਾਅਦ ਇਸ ਰਮਦਾਸ ਦੀ ਧਰਤੀ ਨੂੰ ਉਹਨਾਂ ਨੇ ਭਾਗ ਲਾਏ। ਇੱਥੇ ਆਣ ਕੇ ਖੇਤੀਬਾੜੀ ਦਾ ਕਾਰਜ ਸ਼ੁਰੂ ਕਰ ਦਿੱਤਾ। ਤੇ ਜਦੋਂ 12 ਕੁ ਸਾਲਾਂ ਦੇ ਹੋਏ ਨੇ ਤੇ ਜਗਤ ਜਲੰਦੇ ਨੂੰ ਤਾਰਦੇ ਧੰਨ ਗੁਰੂ ਨਾਨਕ ਸਾਹਿਬ ਜੀ ਇਸ ਥਾਂ ਦੇ ਉੱਤੇ ਆਏ। ਉਹਨਾਂ ਨੇ ਚਰਨ ਪਾਏ ਐ ਤੇ ਇਸ ਧਰਤੀ ਨੂੰ ਭਾਗ ਲਾ ਦਿੱਤੇ, ਹਰਿਆ ਭਰਿਆ ਕਰ ਦਿੱਤਾ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਬਾਬਾ ਬੁੱਢਾ ਸਾਹਿਬ ਜੀ ਮੱਝਾਂ ਗਾਵਾਂ ਚਾਰ ਰਹੇ ਨੇ, ਆਪਣੇ ਸਾਥੀਆਂ ਨਾਲ ਖੇਡ ਰਹੇ ਨੇ। ਇਤਿਹਾਸ ਆਪ ਜੀ ਜਾਣਦੇ ਹੋ, ਗੁਰੂ ਚਰਨਾਂ ਨਾਲ ਮੇਲ ਹੁੰਦਾ ਏ। ਦਰਸ਼ਨ ਕਰਦੇ ਆ ਤੇ ਬੇਨਤੀ ਕਰਦੇ ਐ ਕਿ ਮਹਾਰਾਜ ਕਿਰਪਾ ਕਰੋ, ਸਾਨੂੰ ਪਰਮੇਸ਼ਰ ਦੇ ਘਰ ਦੀ ਗੱਲ ਸੁਣਾਓ, ਜੰਮਣ ਮਰਨ ਦਾ ਭੈ ਮੁਕਤ ਕਰ ਦਿਓ। ਮਹਾਰਾਜ ਕਹਿੰਦੇ ਏਡੀ ਛੋਟੀ ਉਮਰ ਦੇ ਵਿੱਚ ਰੱਬ ਦੇ ਘਰ ਦੀ ਗੱਲ ਕਿਵੇਂ ਖਿਆਲ ਆਇਆ? ਕਹਿੰਦੇ ਮੌਤ ਦਾ ਕੋਈ ਪਤਾ ਨਹੀਂ, ਕਿਹੜੇ ਸਮੇਂ ਦੇ ਵਿੱਚ ਮੌਤ ਆ ਜਾਵੇ, ਕੀ ਪਤਾ ਕਦੋਂ ਸੰਸਾਰ ਤੋਂ ਚੱਲ ਵਸੀਏ। 12 ਸਾਲ ਦੀ ਉਮਰ ਦੇ ਵਿੱਚ ਮੌਤ ਦੀ ਗੱਲ ਸਾਧ ਸੰਗਤ ਚੇਤੇ ਆਈ ਹੈ। ਮਹਾਰਾਜ ਇੰਨਾ ਪ੍ਰਸੰਨ ਹੋਏ ਹੈ ਤਾਂ ਉਸ ਵੇਲੇ ਆ ਕੁੱਤਾ ਆ ਗਿਆ ਜੇ, ਭਜਾਇਓ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ 12 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਮਿਲਾਪ ਹੋਇਆ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਏਡੀ ਮਹਾਨ ਕਿਰਪਾ ਹੋਈ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਦਰਸ਼ਨਾਂ ਤੋਂ ਬਾਅਦ ਉਹ ਸਦਾ ਵਾਸਤੇ ਗੁਰੂ ਨਾਨਕ ਜੀ ਦੇ ਹੋ ਗਏ ਨੇ। ਮਹਾਰਾਜ ਜੀ ਦੇ ਨਾਲ ਮਿਲਾਪ ਹੋਇਆ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਤੇ ਭਾਈ ਮਰਦਾਨਾ ਜੀ ਨੂੰ ਬਚਨ ਕੀਤੇ ਹੈ ਕਿ ਇਹ ਬਾਲਕ ਜਿਹੜਾ ਬੜਾ ਜਪੀ ਤਪੀ ਹੋਵੇਗਾ, ਬੜਾ ਭਗਤੀ ਭਾਵ ਵਾਲਾ ਹੋਵੇਗਾ। ਸੋ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਸਦਕਾ ਮੰਨ ਲਓ ਜਿਵੇਂ ਇੱਕ ਦੀਵੇ ਤੋਂ ਦੀਵਾ ਪ੍ਰਕਾਸ਼ ਕਰ ਜਾਂਦਾ ਹੈ ਨਾ, ਤੇ 12 ਸਾਲ ਦੀ ਉਮਰ ਦੇ ਵਿੱਚ ਬਾਬਾ ਬੁੱਢਾ ਜੀ ਦੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੁਹ ਦੇ ਨਾਲ ਉਹ ਅੰਦਰੋਂ ਉਹਨਾਂ ਦਾ ਦੀਵਾ ਗੁਣਾਂ ਦਾ ਪ੍ਰਕਾਸ਼ਮਾਨ ਹੋ ਗਿਆ ਹੈ। ਤਾਂ ਸਾਧ ਸੰਗਤ ਜੀ ਇਹ ਵਿਚਾਰ ਸੀ, ਕਿਉਂਕਿ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਐ ਕਿ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ, ਕਿ ਰੱਬ ਹਰ ਸਮੇਂ ਹੀ ਹੈ,
ਜਦੋਂ ਵੀ ਆਪਾਂ ਪਰਮਾਤਮਾ ਨਾਲ ਜੁੜਦੇ ਆ, ਉਹਨੂੰ ਚੇਤੇ 'ਚ ਵਸਾਉਂਦੇ ਆ, ਪ੍ਰਵਾਨ ਹੋ ਜਾਂਦੇ ਆ, ਉਹਦਾ ਉਮਰ ਨਾਲ ਕੋਈ ਸੰਬੰਧ ਨਹੀਂ। ਬਾਬਾ ਬੁੱਢਾ ਸਾਹਿਬ ਜੀ ਨੂੰ ਮੰਨਣਾ, ਉਹਨਾਂ ਦਾ ਜਨਮ ਦਿਹਾੜਾ ਪਹਿਲਾਂ ਸਾਨੂੰ ਇਹ ਸਿੱਖਿਆ ਦਿੰਦਾ ਏ ਕਿ ਕੀ ਸਾਡੇ ਮਨ 'ਚ ਇਹ ਖਿਆਲ ਆਇਆ ਏ ਕਿ ਐ ਮਣਾ ਉਹਨਾਂ ਤੇ 12 ਸਾਲ ਦੀ ਉਮਰ 'ਚ ਸੋਚ ਲਿਆ ਵੀ ਮੌਤ ਪਤਾ ਨਹੀਂ ਕਦੋਂ ਆਉਣੀ, ਤੇਰੀ ਉਮਰ ਕਿੰਨੀ ਹੋ ਗਈ, 10 20 50 ਸਾਲ 100 ਸਾਲ, ਕਿ ਤੂੰ ਸੰਸਾਰ ਤੋਂ ਚਲੇ ਜਾਣਾ ਏ। ਮੂਰਖ ਮਨ ਕਾਹੇ ਕਰਸੈ ਮਾਣਾ, ਉੱਠ ਚੱਲਣਾ ਖਸਮੇ ਭਾਣਾ। ਤੇ ਕੁਝ ਭਾਉ ਭਗਤੀ ਕਰਕੇ ਗੁਰੂ ਨੂੰ ਸਮਰਪਿਤ ਹੋ ਕੇ ਆਪਣਾ ਕਾਜ ਸਵਾਰੀਏ। ਸੋ ਉਹ 12 ਸਾਲ ਦੀ ਉਮਰ ਦੇ ਵਿੱਚ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਸਮਰਪਿਤ ਹੋਏ ਤੇ ਸਾਰਾ ਜੀਵਨ ਹੀ ਉਹਨਾਂ ਗੁਰੂ ਕੀ ਘਾਲਣਾ ਸੇਵਾ ਦੇ ਵਿੱਚ ਲਾ ਦਿੱਤਾ। ਜਨਮ ਸਾਖੀ ਦੇ ਬੋਲ ਆਉਂਦੇ ਐ ਕਿ ਇਸੇ ਹੀ ਧਰਤੀ ਦੇ ਉੱਤੇ ਇੱਕ ਦਿਨ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਤੇ ਕੁਦਰਤੀ ਮੱਝਾਂ ਗਾਵਾਂ ਚੱਲ ਰਹੀਆਂ ਸਨ ਤੇ ਕਿਸੇ ਕਿਸਾਨ ਦੇ ਖੇਤਾਂ ਨੂੰ ਥੋੜਾ ਜਿਹਾ ਮੱਝਾਂ ਗਾਵਾਂ ਨੇ ਮੂੰਹ ਮਾਰ ਦਿੱਤਾ ਤਾਂ ਉਸੇ ਵੇਲੇ ਬਾਬਾ ਬੁੱਢਾ ਜੀ ਨੇ ਆਪਣੀਆਂ ਮੱਝਾਂ ਮੋੜ ਲਈਆਂ। ਕਹਿੰਦੇ ਇੰਨੇ ਚਿਰ ਨੂੰ ਉਹ ਕਿਸਾਨ ਬੜੇ ਗੁੱਸੇ 'ਚ ਆਵੇ ਤੇ ਇਹ ਕਿ ਇਸ ਬਾਲਕ ਨੇ ਮੇਰੀ ਫਸਲ ਉਜਾੜ ਦਿੱਤੀ ਹੈ। ਪਰ ਜਦੋਂ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ, ਬਾਬਾ ਬੁੱਢਾ ਜੀ ਡਰ ਰਹੇ ਨੇ ਵੀ ਇਹ ਮੈਨੂੰ ਝਿੜਕੇਗਾ ਤੇ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਭਰੇ ਬਚਨ ਕਹਿਣ ਲੱਗੇ ਕਿ ਰੇ ਬਾਲਕ ਤੂੰ ਡਰ ਨਾ ਕਾਈ, ਰਹੋ ਆਨੰਦ ਸਦਾ ਸੁਖਦਾਈ, ਆਵੈ ਕੋਏ ਨਾ ਤੇਰੇ ਪਾਸ, ਧਰਮ ਰਾਏ ਪੀ ਤੁਮਰੋ ਦਾਸ। ਮਹਾਰਾਜ ਕਹਿੰਦੇ ਹੈ ਬਾਲਕ ਤੂੰ ਡਰਨਾ, ਤੇਰੇ ਕੋਲ ਕੋਈ ਨਹੀਂ ਆਵੇਗਾ, ਧਰਮ ਰਾਜਾ ਜਿਹੜਾ ਲੋਕਾਂ ਦੇ ਕੋਲੋਂ ਲੇਖੇ ਜੋਖੇ ਮੰਗਦਾ ਏ ਉਹ ਵੀ ਤੇਰਾ ਦਾਸ ਬਣ ਜਾਵੇਗਾ। ਸੋ ਐਸੀ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਤੇ ਕਿਰਪਾ ਜੀ ਨੇ ਕਿਰਪਾ ਕੀਤੀ। ਜਿਵੇਂ ਭੱਟ ਸਾਹਿਬਾਨ ਬਚਨ ਕਰਦੇ ਐ ਵੀ ਜਿਨ੍ਹਾਂ ਤੇ ਗੁਰੂ ਮਿਹਰ ਕਰਦਾ ਏ ਉਹ ਕੱਚ ਵਰਗੇ ਕੰਚਨ ਵਰਗੇ ਬਣ ਜਾਂਦੇ ਐ, ਜਿਨ੍ਹਾਂ ਤੇ ਗੁਰੂ ਮਿਹਰ ਕਰਦਾ ਏ ਉਹ ਲੋਹੇ ਤੋਂ ਲਾਲ ਬਣ ਜਾਂਦੇ ਐ, ਜਿਨ੍ਹਾਂ ਤੇ ਗੁਰੂ ਮਿਹਰ ਕਰਦਾ ਏ ਉਹ ਆਮ ਲੱਕੜ ਤੋਂ ਚੰਦਨ ਵਰਗੇ ਬਣ ਜਾਂਦੇ ਐ। ਉਹ ਕਿਰਪਾ ਗੁਰੂ ਜੀ ਨੇ ਕੀਤੀ। ਜਿਵੇਂ ਬਾਣੀ 'ਚ ਬਚਨ ਆਉਂਦੇ ਆ, ਕਛਹੁ ਕੰਚਨ ਭਇਓ, ਸ਼ਬਦ ਗੁਰ ਸ਼ਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤ ਗੁਰਮੁਖ ਭਣਿਓ, ਲੋਇਓ ਹੋਇਓ ਲਾਲ ਨਦਰ ਸਤ ਗੁਰ ਜਦ ਧਾਰੈ, ਪਾਹਣ ਮਾਨਕ ਕਰੈ ਗਿਆਨ ਗੁਰ ਕਯੋ ਵਿਚਾਰੈ, ਕਾਠੋਂ ਸ਼੍ਰੀਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਪਏ। ਸਤਿਗੁਰੂ ਜੀ ਦੇ ਚਰਨ ਪਰਸ ਕੇ ਐਸੀ ਉੱਚੀ ਪਦਵੀ ਪ੍ਰਾਪਤ ਕੀਤੀ ਤੇ ਇਹ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਖਸ਼ਿਸ਼ਾਂ ਕੀਤੀਆਂ। ਜਦੋਂ ਮਹਾਰਾਜ ਚੌਥੀ ਉਦਾਸੀ ਕਰਨ ਚੱਲੇ ਤੇ ਬੇਨਤੀ ਕੀਤੀ, ਮਹਾਰਾਜ ਮੈਂ ਤੁਹਾਡੇ ਦਰਸ਼ਨਾਂ ਨਾਲ ਜੀਣਾ ਆ। ਤੇ ਗੁਰੂ ਜੀ ਕਹਿਣ ਲੱਗੇ, ਬੁੱਢਿਆ ਤੈਥੋਂ ਕਦੇ ਓਹਲੇ ਨਾ ਹੋਸਾਂ। ਅਸੀਂ ਸੰਸਾਰ ਵਿੱਚ ਕਿਸੇ ਰੂਪ 'ਚ ਹੋਈਏ, ਕਿਸੇ ਥਾਂ ਤੇ ਹੋਈਏ, ਪਰ ਤੇਰੇ ਤੋਂ ਕਦੀ ਓਹਲੇ ਨਹੀਂ ਹੋਵਾਂਗੇ। ਤੇ ਬਿਲਕੁਲ ਇਤਿਹਾਸ ਇਸ ਗੱਲ ਦਾ ਗਵਾਹ ਏ। ਜਦੋਂ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਦੇ ਐ ਤੇ ਮਹਾਰਾਜ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਚਲੇ ਜਾਂਦੇ ਐ। ਮੈਂ ਸੰਖੇਪ ਦੇ ਵਿੱਚ ਹੀ ਇਹ ਟੂਕ ਮਾਤਰ ਆਪਾਂ ਇਤਿਹਾਸ ਵਿਚਾਰਨਾ ਏ। ਤੇ ਉਦੋਂ ਸੰਗਤਾਂ ਨੂੰ ਗੁਰੂ ਜੀ ਦੇ ਦਰਸ਼ਨ ਨਹੀਂ ਹੁੰਦੇ ਤੇ ਬਾਬਾ ਬੁੱਢਾ ਜੀ ਦੇ ਕੋਲ ਆਣ ਕੇ ਬੇਨਤੀਆਂ ਕਰਦੇ, ਮਹਾਰਾਜ ਗੁਰੂ ਜੀ ਦੇ ਦਰਸ਼ਨ ਕਰਾਵੋ। ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੂੰ ਕਹਿੰਦੇ, ਸਾਧ ਸੰਗਤ ਇੱਕ ਸਿੱਖ ਹੁੰਦਾ ਏ, 2 ਜਾਣੇ ਹੋਣ ਤੇ ਸਾਧ ਸੰਗਤ ਹੁੰਦੀ ਹੈ, 5 'ਚ ਪਰਮੇਸ਼ਰ ਹੁੰਦਾ ਏ। ਉਸੇ ਵੇਲੇ ਅਰਦਾਸ ਕਰਦੇ ਆ ਤੇ ਨਾਲ ਲੈ ਕੇ ਖਡੂਰ ਸਾਹਿਬ ਚਲੇ ਜਾਂਦੇ ਐ। ਮਾਈ ਵਰਾਈ ਜੀ ਦੇ ਘਰ ਪਹੁੰਚ ਜਾਂਦੇ ਐ। ਸੰਗਤਾਂ ਨੂੰ ਉੱਥੇ ਕੀਰਤਨ ਕਰ ਲਾਉਂਦੇ ਐ ਤੇ ਜਿਸ ਕਮਰੇ 'ਚ ਗੁਰੂ ਅੰਗਦ ਸਾਹਿਬ ਮਹਾਰਾਜ ਬਿਰਾਜੇ ਹੁੰਦੇ ਐ ਉਸ ਕਮਰੇ 'ਚ ਜਾ ਕੇ ਹੱਥ ਜੋੜ ਬੇਨਤੀ ਕਰਦੇ ਐ, ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਕਸੋ, ਵੈਰ ਦਿਖਾਵੋ ਦਰਸ਼ਨ, ਕਰ ਹੈ ਸੰਗਤ ਪਾਇਨ ਪਰਸਨ। ਸੰਗਤਾਂ ਦਰਸ਼ਨ ਕਰਨਾ ਚਾਹੁੰਦੀਆਂ, ਮਹਾਰਾਜ ਦਰਸ਼ਨ ਦਿਓ। ਬਾਬਾ ਬੁੱਢਾ ਜੀ ਦੀ ਬੇਨਤੀ ਸੁਣ ਕੇ ਗੁਰੂ ਅੰਗਦ ਸਾਹਿਬ ਦਰਸ਼ਨ ਦਿੰਦੇ ਐ। ਸਾਰੀ ਸੰਗਤ ਤੇ ਕਿਰਪਾ ਕਰਦੇ ਐ। ਬਾਬਾ ਬੁੱਢਾ ਜੀ ਬੇਨਤੀ ਕਰਦੇ, ਸਾਡੇ ਤੇ ਵੀ ਕੁਝ ਕਿਰਪਾ ਕਰੋ।
ਤੇ ਗੁਰੂ ਅੰਗਦ ਸਾਹਿਬ ਜੀ ਨੇ 63 ਸ਼ਲੋਕ ਉਚਾਰਨ ਕੀਤੇ ਹੈ, ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਉਹਨਾਂ 'ਚ ਇੱਕ ਸ਼ਲੋਕ ਉਚਾਰਿਆ, ਦੀਖਿਆ ਆਖ ਬੁਝਾਇਆ ਸਿਵਤੀ ਸੱਚ ਸਮਿਓ ਤਿਨ ਕੋ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦਿਓ। ਮਹਾਰਾਜ ਕਹਿੰਦੇ ਜਿਨ੍ਹਾਂ ਦਾ ਗੁਰੂ ਨਾਨਕ ਹੈ ਨਾ, ਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਹੈ। ਸਾਧ ਸੰਗਤ ਜੀ, ਇਹ ਬਚਨ ਗੁਰੂ ਅੰਗਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਸ਼ ਰੂਪ 'ਚ ਕੀਤੇ ਕਿ ਜਿਨ੍ਹਾਂ ਦਾ ਗੁਰੂ ਨਾਨਕ ਹੈ, ਉਹ ਆਪ ਅਕਾਲ ਪੁਰਖ ਨਾਰਾਇਣ ਪਰਮੇਸ਼ਰ ਰੂਪ ਹੈ, ਉਹਨਾਂ ਨੂੰ ਕਿਸੇ ਦੂਜੇ ਉਪਦੇਸ਼ ਦੀ ਲੋੜ ਨਹੀਂ। ਅੱਜ ਵੀ ਸਾਨੂੰ ਇਹ ਗੱਲ ਮਨ 'ਚ ਵਸਾਉਣੀ ਪਵੇਗੀ ਕਿ ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪ੍ਰਕਾਸ਼ਮਾਨ ਹੈ। ਸਾਨੂੰ ਕਿਸੇ ਸੱਜੇ ਖੱਬੇ ਥਾਂ, ਕਿਸੇ ਮੜੀ ਮਸਾਣ, ਕਿਸੇ ਗੌਰ, ਕਿਸੇ ਹੋਰ ਥਾਂ ਤੇ ਭਟਕਣ ਦੀ ਲੋੜ ਨਹੀਂ। ਬੜਾ ਭਰਮ ਸਾਧ ਸੰਗਤ ਜੀ ਫੈਲਾਇਆ ਜਾ ਰਿਹਾ। ਆ ਇੱਕ ਹੋਰ ਨਵਾਂ ਬੜਾ ਕੰਮ ਚੱਲਿਆ ਜੇ, ਪਖੰਡ ਰਚਿਆ ਜਾ ਰਿਹਾ ਕਿ ਅਸੀਂ ਜੀ ਤੁਸੀਂ ਸਾਡੇ ਕੋਲ ਆਓ, ਫਲਾਣੇ ਥਾਂ ਤੇ ਚੱਲੋ, ਅਸੀਂ ਦੁਆ ਕਰਕੇ ਤੁਹਾਡਾ ਜਿਹੜਾ ਏ ਉਹ ਭੂਤ ਪ੍ਰੇਤ ਕੱਢ ਦੇਵਾਂਗੇ, ਤੁਹਾਡੀਆਂ ਬਿਮਾਰੀਆਂ ਦੂਰ ਕਰ ਦੇਵਾਂਗੇ, ਤੁਹਾਡੀਆਂ ਕੈਂਸਰਾਂ ਕੱਢ ਦੇਵਾਂਗੇ, ਤੁਹਾਡੀਆਂ ਪੱਥਰੀਆਂ ਕੱਢ ਦੇਵਾਂਗੇ। ਆਪ ਉਹ ਲੋਕ ਪੰਡ ਗੋਲੀਆਂ ਖਾਂਦੇ ਨੇ ਤੇ ਤੁਹਾਨੂੰ ਭਰਮ ਵਿੱਚ ਪਾਇਆ ਜਾਂਦਾ। ਪ੍ਰੀ ਪਲੈਨਡ ਤਰੀਕੇ ਦੇ ਨਾਲ ਉੱਥੇ 2-4 ਬੰਦੇ ਪਹਿਲਾਂ ਹੀ ਪੈਸੇ ਦੇ ਕੇ ਖਿਲਾਰੇ ਹੁੰਦੇ, ਉਹ ਕਹਿੰਦੇ ਜੀ ਮੇਰੀਆਂ ਪੱਥਰੀਆਂ ਨਿਕਲ ਗਈਆਂ, ਮੇਰਾ ਦੁਆ ਦੇ ਨਾਲ ਆ ਹੋ ਗਿਆ। ਸਾਧ ਸੰਗਤ ਜੀ, ਇਹਨਾਂ ਭਰਮਾਂ 'ਚ ਨਹੀਂ ਪੈਣਾ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਕੱਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ। ਉਹ ਮਨੁੱਖ ਭੂਤ ਹੈ ਜਿਨਨੇ ਰੱਬ ਨੂੰ ਭੁਲਾ ਦਿੱਤਾ ਏ, ਪਰਮੇਸ਼ਰ ਨੂੰ, ਵਾਹਿਗੁਰੂ ਅਕਾਲ ਪੁਰਖ ਨੂੰ ਭੁਲਾ ਦਿੱਤਾ ਏ, ਤੇ ਜਿਹਦੇ ਹਿਰਦੇ 'ਚ ਵਾਹਿਗੁਰੂ ਵਸਿਆ ਏ, ਗੁਣ ਵਸਿਆ, ਉਹ ਬੰਦਾ ਦੇਵਤਾ ਏ। ਮਨੁੱਖ ਦੇ ਅੰਦਰ ਹੀ ਜਦੋਂ ਗੁਣ ਪ੍ਰਗਟ ਹੁੰਦੇ ਐ, ਉਹ ਭਗਵਾਨ ਬਣ ਜਾਂਦਾ ਏ, ਤੇ ਜਦੋਂ ਔਗਣ ਪ੍ਰਗਟ ਹੁੰਦੇ ਆ, ਉਹ ਹੀ ਸ਼ੈਤਾਨ ਬਣ ਜਾਂਦਾ ਏ। ਭਗਤ ਕਬੀਰ ਜੀ ਨੇ ਕਿਹਾ, ਕਬੀਰ ਜਾ ਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ, ਤੇ ਕਰ ਮਰਹਟ ਸਾਰਖੇ ਭੂਤ ਬਸੇ ਤਿਨ ਮਾਏ। ਜਿਹੜੇ ਤੁਹਾਡੇ ਭੂਤ ਕੱਢਣ ਦੇ ਦਾਅਵੇ ਕਰਦੇ ਐ, ਸੱਚ ਜਾਣਿਓ ਖੁਦ ਵੱਡੇ ਭੂਤ ਨੇ, ਭੂਤਾਂ ਦੀ ਤਰ੍ਹਾਂ ਨੱਚਦੇ ਐ, ਟੱਪਦੇ ਐ, ਲਾਲਾ ਕਰਦੇ ਐ। ਉਹਨਾਂ ਭੂਤਾਂ ਪ੍ਰੇਤਾਂ ਤੋਂ ਸੁਚੇਤ ਰਹੋ। ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਨਾਲ ਜੁੜੋ। ਬਾਣੀ ਨੇ ਸਾਡੇ ਮਨ ਦੇ ਵਿੱਚੋਂ, ਮਹਾਰਾਜ ਨੇ ਕਿਹਾ ਸੀ, ਇਹ 5 ਭੂਤ ਵਿਕਾਰ ਤੇਰੇ ਅੰਦਰ ਚੰਬੜੇ ਨੇ, ਤੇ ਸਾਨੂੰ ਇਹਨਾਂ ਤੋਂ ਮੁਕਤ ਕਰਕੇ ਅੰਮ੍ਰਿਤਮਈ ਜੀਵਨ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਗੁਰਸਿੱਖ ਦਾ ਗੁਰੂ ਸ਼ਬਦ ਹੈ, ਤੇ ਸ਼ਬਦ ਮਹਾਰਾਜ ਦੀ ਬਾਣੀ ਸਾਨੂੰ ਹਰ ਪੱਖ ਤੋਂ ਗਵਾਹੀ ਦਿੰਦੀ ਹੈ। ਕਈ ਤਰ੍ਹਾਂ ਦੇ ਮਾਨਸਿਕ ਰੋਗ ਨੇ, ਉਹਨਾਂ ਦਾ ਇਲਾਜ ਹੁੰਦਾ ਹੈ। ਦਵਾਈ ਲਓ, ਮਹਾਰਾਜ ਦੇ ਉੱਤੇ ਭਰੋਸਾ ਕਰੋ, ਸ਼ਬਦ ਨੂੰ ਵਿਚਾਰੋ, ਤੇ ਗੁਰੂ ਦੀ ਸਿੱਖਿਆ ਹਿਰਦੇ 'ਚ ਵਸਾਓ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਬਿਗੜ ਨਾ ਕੋਉ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਸਿੱਖਿਆ ਸਾਨੂੰ ਬਖਸ਼ੀ ਹੈ, ਕਿਉਂਕਿ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਦੇ ਪਰਥਾਏ ਲਿਖਦੇ ਐ ਕਿ ਬੂੜਾ ਬੁੱਢਾ ਇੱਕ ਮਨ ਧਿਆਵੈ, ਕਿ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਮਨ ਤੇ ਇੱਕ ਚਿੱਤ ਹੋ ਕੇ ਜੋ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ ਏ, ਉਹਨਾਂ ਜਪਿਆ ਏ, ਉਹਨਾਂ ਸਿਮਰਿਆ ਏ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ, ਜਦੋਂ ਵੀ ਸਮਾਂ ਬਣਿਆ, ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦੇ ਐ, ਤੇ ਉਸ ਵੇਲੇ ਵੀ ਸਾਧ ਸੰਗਤ ਜੀ, ਜਦੋਂ ਬਾਬਾ ਦਾਤੂ ਜੀ ਉਹਨਾਂ ਨੂੰ ਲੱਤ ਮਾਰਦੇ ਐ, ਤੇ ਉਹ ਬੜੇ ਪ੍ਰੇਮ ਸਹਿਜ ਦੇ ਵਿੱਚ ਸਾਧ ਸੰਗਤ ਜੀ ਫਿਰ ਜਿੱਥੇ ਅੱਜ ਗੁਰਦੁਆਰਾ ਸੰਤ ਸਾਹਿਬ, ਇੱਥੇ ਆਣ ਕੇ ਬੈਠ ਜਾਂਦੇ ਐ। ਸੰਗਤਾਂ ਨੂੰ ਗੁਰੂ ਜੀ ਦੇ ਦਰਸ਼ਨ ਨਹੀਂ ਹੁੰਦੇ, ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕਰਦੇ ਐ, ਤੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜ ਦੀ ਘੋੜੀ ਖੋਲ ਕੇ ਅਰਦਾਸ ਕਰਕੇ ਉਹਦੇ ਮਗਰ ਚੱਲਦੇ ਆ, ਤੇ ਉਹ ਘੋੜੀ ਉੱਥੇ ਆਣ ਕੇ ਖਲੋ ਜਾਂਦੀ ਹੈ। ਉੱਥੇ ਬਾਹਰ ਦਰਵਾਜ਼ੇ ਤੇ ਲਿਖਿਆ ਵੀ ਜਿਹੜਾ ਇਸ ਦਰਵਾਜ਼ੇ ਨੂੰ ਖੋਲੇਗਾ ਸਾਡਾ ਸਿੱਖ ਨਹੀਂ ਹੋਵੇਗਾ। ਆਏ ਇਹਾਂ ਦਰਬਾਰੈ ਸੋਊ, ਹਮ ਨੇ ਗੁਰੂ ਸਿੱਖ ਨੇ ਸੋਊ। ਤੇ ਸਿੱਖ ਤੇ ਉਹ ਜਿਹੜਾ ਗੁਰੂ ਦਾ ਹੁਕਮ ਮੰਨਦਾ ਏ, ਗੁਰਸਿੱਖੀ ਭਾਣਾ ਮੰਨਿਆ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕੰਨ ਨੂੰ ਸੰਨ ਲਾ ਕੇ ਤੇ ਸਾਧ ਸੰਗਤ ਜੀ ਅੰਦਰ ਗਏ। ਬਾਬਾ ਬੁੱਢਾ ਜੀ ਨੇ ਜਾ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸੰਗਤਾਂ ਨੂੰ ਦਰਸ਼ਨ ਉਪਦੇਸ਼ ਬਖਸ਼ਿਸ਼ ਕਰਕੇ ਕਿਰਤਾਰਥ ਕਰੋ,
ਤੇ ਨਾਲੇ ਦੱਸ ਦਿੱਤਾ ਉਸ ਕੰਧ ਨੂੰ ਸੰਨ ਲਾ ਕੇ ਕਿ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਤੇਰੇ ਅੰਦਰ ਵਸਦਾ ਏ, ਤੂੰ ਉਹਦੀ ਬਾਹਰ ਭਾਲਣਾ ਕਰ ਰਿਹਾ ਏ। ਕਿਸੇ ਜੋਤਸ਼ੀ ਕੋਲ ਜਾਣਾ ਏ, ਕਿਸੇ ਬੋੜ ਦਰਖਤ ਤੇ ਲੱਭਦਾ ਫਿਰਦਾ ਏ, ਆਪਣੇ ਅੰਦਰ ਖੋਜ ਕਰ। ਜੀਵਨ ਵਿੱਚ ਪਰੇਸ਼ਾਨੀਆਂ ਤੋਂ ਮੁਕਤ ਹੋਣਾ, ਅੰਦਰ ਨੂੰ ਸੰਨ ਲਾ। ਤੇ ਜਦੋਂ ਆਪਣੇ ਅੰਦਰ ਨੂੰ ਸ਼ਬਦ ਨਾਲ ਖੋਜੇਗਾ ਨਾ ਕਿ ਕਿਆ ਗੁਰ ਕਹੇ ਕਰੇ ਹਮ ਕਹਾਂ, ਕਿ ਗੁਰੂ ਜੀ ਕੀ ਕਹਿੰਦੇ ਆ ਤੇ ਮੈਂ ਕੀ ਕਰਦਾ ਏ, ਤੇ ਫਿਰ ਮਹਾਰਾਜ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਜਦੋਂ ਹਰ ਰੋਜ਼ ਆਪਣੇ ਆਪ ਨੂੰ ਤੂੰ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਨਾਲ ਜੁੜੇਗਾ, ਇਸ਼ਨਾਨ ਪਾਣ ਕਰਕੇ ਤੇ ਸ਼ਬਦ ਨਾਲ ਆਪਣੇ ਆਪ ਨੂੰ ਖੋਜੇਗਾ, ਤੇ ਫਿਰ ਤੂੰ ਪਰੇਸ਼ਾਨੀਆਂ ਵਿੱਚ ਨਹੀਂ ਪਵੇਂਗਾ। ਸਤਿਗੁਰੂ ਜੀ ਨੇ ਬਚਨ ਕੀਤੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁਖ ਪਾਵਤ, ਘਰ ਅੰਮ੍ਰਿਤ ਘਟ ਮਾਹੀ ਜੀਓ। ਤੇਰੇ ਅੰਦਰ ਅੰਮ੍ਰਿਤ ਹੈ, ਆਪਣੇ ਅੰਦਰ ਨੂੰ ਖੋਜ। ਸਾਧ ਸੰਗਤ ਬਾਬਾ ਬੁੱਢਾ ਜੀ ਦੀ ਬੇਨਤੀ ਸੁਣ ਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਬਾਹਰ ਆਏ, ਸਾਰੀ ਸੰਗਤ ਨੂੰ ਦਰਸ਼ਨ ਦਿੱਤੇ, ਤੇ ਭਾਈ ਸੰਤੋਖ ਸਿੰਘ ਜੀ ਨੇ ਬਚਨ ਲਿਖੇ ਕਿ ਬਾਬਾ ਬੁੱਢਾ ਜੀ ਤੇ ਕਿਰਪਾ ਕਰਦਿਆਂ ਉਹਨਾਂ ਬਚਨ ਕਹੇ, ਇਹ ਸਿੱਖੀ ਕੋ ਬੋਹਿਤ ਭਾਰੋ, ਭਵਜਲ ਤੇ ਕਰ ਹੈ ਨਿਸਤਾਰੋ, ਸਿੱਖੀ ਅਵਧ ਨਾ ਇਸਤੇ ਪਰੇ, ਨਾਮ ਲੈਤ ਗਨ ਬਿਗਨ ਸੋ ਹਰੈ। ਸਦਾ ਗੁਰੂ ਘਰ ਵਿੱਚ ਸੇਵਾਵਾਂ ਕਰਦੇ ਰਹੇ, ਬਖਸ਼ਿਸ਼ਾਂ ਕਰਦੇ ਰਹੇ। ਇੱਥੋਂ ਤੱਕ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਬਾਲਕ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ, ਤੇ ਗੁਰੂ ਜੀ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਬਾਲਕ ਹਰਗੋਬਿੰਦ ਜੀ ਜਦੋਂ ਵਿਦਿਆ ਦੇ ਲੈਣ ਦੇ ਯੋਗ ਹੋਏ ਤਾਂ ਇਹਨਾਂ ਨੂੰ ਕਿਹੜੀ ਵਿਦਿਆ ਸਿਖਾਈ ਜਾਵੇ। ਤਾਂ ਸਾਧ ਸੰਗਤ ਜੀ ਵਿਦਿਆ ਕੌਣ ਸਿਖਾਵੇ? ਉਹਨਾਂ ਨੇ ਆਪਣੇ ਵੱਡੇ ਭਰਾਤਾ ਬਾਬਾ ਮਹਾਂਦੇਵ ਜੀ ਨਾਲ ਵਿਚਾਰ ਕੀਤੀ ਵੀ ਸਾਡੇ ਬਾਲਕ ਹਰਗੋਬਿੰਦ ਜੀ ਹੁਣ ਇਹਨਾਂ ਨੂੰ ਵਿਦਿਆ ਸਿਖਾਉਣੀ ਹੈ ਤੇ ਕਿੰਨਾਂ ਕੋਲੋਂ ਸਿਖਾਈਏ। ਤੇ ਬਾਬਾ ਮਹਾਂਦੇਵ ਜੀ ਕਹਿਣ ਲੱਗੇ ਐਸੇ ਇੱਕੋ ਇੱਕ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ, ਉਹਨਾਂ ਨੂੰ ਇਹ ਸੇਵਾ ਬਖਸ਼ੀਏ, ਉਹ ਬਾਲਕ ਹਰਗੋਬਿੰਦ ਜੀ ਨੂੰ ਵਿਦਿਆ ਸਿਖਾਉਣ। ਤਾਂ ਸਾਧ ਸੰਗਤ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਬਚਨ ਕੀਤੇ ਕਿ ਤੁਸੀਂ ਸਾਡੇ ਬਾਲਕ ਨੂੰ ਸਾਰੀਆਂ ਵਿਦਿਆ ਸਿਖਾਉਣੀਆਂ ਏ। ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਮਹਾਰਾਜ ਮੈਂ ਤੇ ਆਪ ਦੇ ਦਰ ਦਾ ਘਾਈਆ ਸਿੱਖ, ਮੈਂ ਇਹ ਵਿਦਿਆ ਪੜ੍ਹਾਈ ਬਾਰੇ ਕੀ ਜਾਣਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕੋਈ ਐਸੀ ਵਿਦਿਆ ਨਹੀਂ ਹੈ ਜਿਹੜੀ ਤੁਹਾਨੂੰ ਨਹੀਂ ਸਫੁਰਨ, ਤੁਹਾਨੂੰ ਸਾਰੀਆਂ ਹੀ ਵਿਦਿਆ ਹੁੰਦੀਆਂ ਨੇ। ਤਾਂ ਸਾਧ ਸੰਗਤ ਜੀ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਸੇਵਾ ਬਖਸ਼ੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਸਾਰੀਆਂ ਵਿਦਿਆ ਸਿਖਾਈਆਂ। ਗੁਰਮੁਖੀ ਲਿਪੀ ਸਿਖਾਈ, ਉਹਦੇ ਤੋਂ ਇਲਾਵਾ ਅਰਬੀ, ਫਾਰਸੀ, ਸੰਸਕ੍ਰਿਤ ਤੇ ਹੋਰ ਕਈ ਤਰ੍ਹਾਂ ਦੀਆਂ ਘੋੜ ਸਵਾਰੀ, ਨੇਜਾਬਾਜੀ, ਤੀਰ ਅੰਦਾਜ਼ੀ, ਇਹ ਸਾਰੀਆਂ ਵਿਦਿਆ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਜੀ ਨੂੰ ਸਿਖਾਈਆਂ। ਇਹਦਾ ਭਾਵ ਹੈ ਵੀ ਪਹਿਲਾਂ ਇਹ ਬਾਬਾ ਬੁੱਢਾ ਜੀ ਨੇ ਆਪ ਸਾਰੀਆਂ ਵਿਦਿਆ ਗ੍ਰਹਿਣ ਕੀਤੀਆਂ। ਇਸ ਕਰਕੇ ਬਾਬਾ ਬੁੱਢਾ ਜੀ ਦਾ ਜੀਵਨ ਸਾਨੂੰ ਸਾਧ ਸੰਗਤ ਜੀ ਇਹ ਵੀ ਸਿੱਖਿਆ ਦਿੰਦਾ ਏ ਕਿ ਆਪਾਂ ਸਾਰੀਆਂ ਵਿਦਿਆ ਇੱਕੋ ਹੀ ਕੰਮ ਤੇ ਜ਼ੋਰ ਲੱਗਾ ਵੀ ਸਾਨੂੰ ਅੰਗਰੇਜ਼ੀ ਬੋਲਣੀ ਆ ਜੇ। ਹੋਰ ਆਪਾਂ ਅੰਗਰੇਜ਼ੀ ਮਾੜੀ ਨਹੀਂ ਹੈ, ਸਿੱਖੀਏ ਪੜ੍ਹਨੀ, ਪਰ ਉਹਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਕੀਰਤਨ ਸਿਖਾਈਏ, ਹਾਰਮੋਨੀਅਮ, ਤਬਲਾ ਸਿਖਾਈਏ, ਕਿਉਂਕਿ ਸਾਧ ਸੰਗਤ ਜੀ ਇਹ ਮੂਲ ਹੈ। ਤੈਰਾਕੀ ਸਿਖਾਉਣੀ, ਗੱਤਕਾ ਬਾਜੀ ਸਿਖਾਉਣੀ, ਇਹ ਵਿਦਿਆ ਵੀ ਆਪਾਂ ਦੇਣੀਆਂ ਸੀ, ਇਹ ਸਾਰੀਆਂ ਭੁੱਲ ਗਏ ਆ। ਕਿਉਂਕਿ ਜਦੋਂ ਮੂਲ ਨਾਲੋਂ ਟੁੱਟਦੇ ਆ ਨਾ, ਤੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਸੀ, ਪੁਰਾਣੇ ਸਮਿਆਂ ਦੇ ਵਿੱਚ ਚੱਕੀ ਹੁੰਦੀ ਸੀ ਹੱਥਾਂ ਨਾਲ ਚੱਲਣ ਵਾਲੀ, ਉਹਦੇ ਵਿੱਚ ਦਾਣੇ ਪਾਏ ਜਾਂਦੇ ਸਨ, ਤੇ ਜਿਹੜੇ ਦਾਣੇ ਜਦੋਂ ਪੁੜੇ ਨੂੰ ਖੋਲਣਾ ਸਾਰੇ ਦਾਣਿਆਂ ਦਾ ਆਟਾ ਪੀਸਿਆ ਜਾਂਦਾ ਸੀ, ਤੇ ਕੁਝ ਕੁ ਦਾਣੇ ਜਿਹੜੇ ਧੁਰੇ ਨਾਲ ਲੱਗੇ ਹੁੰਦੇ ਸਨ ਉਹ ਬਚੇ ਰਹਿ ਜਾਂਦੇ ਸਨ। ਪੁੱਛਣਾ ਵੀ ਸਾਰੇ ਦਾਣੇ ਪੀਸੇ ਗਏ, ਇਹ ਦਾਣੇ ਕਿਉਂ ਬਚ ਗਏ? ਤੇ ਸਿਆਣਿਆਂ ਦੱਸਣਾ ਇਹ ਦਾਣੇ ਤਾਂ ਬਚ ਗਏ ਐ, ਇਹ ਆਪਣੇ ਧੁਰੇ ਨਾਲ ਜੁੜੇ ਰਹਿ ਗਏ ਐ। ਮਹਾਰਾਜ ਨੇ ਬਾਣੀ 'ਚ ਬਚਨ ਕੀਤੇ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੇ ਉਬਰੇ ਨਾਨਕ ਅਜਬ ਡਿੱਠ।
ਮਹਾਰਾਜ ਕਹਿੰਦੇ ਜਿਵੇਂ ਧੁਰੇ ਨਾਲ ਲੱਗੇ ਦਾਣੇ ਬਚਦੇ ਆ ਨਾ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸਾਡਾ ਧੁਰਾ ਏ, ਬਾਣੀ ਸਾਡਾ ਮੂਲ ਹੈ। ਅੱਜ ਸਾਧ ਸੰਗਤ ਜੀ ਸਾਨੂੰ ਖਤਮ ਕਰਨ ਦੇ ਵਾਸਤੇ ਬੜੇ ਯਤਨ ਹੋ ਰਹੇ ਹੈ। ਏਜੰਸੀਆਂ ਸਰਕਾਰਾਂ ਵੱਲੋਂ ਉਹਨਾਂ ਨੂੰ ਸਦਾ ਹੀ ਸਾਡੇ ਤੋਂ ਖਤਰਾ ਰਿਹਾ, ਸਿੱਖਾਂ ਤੋਂ। ਇਸ ਕਰਕੇ ਕਿਤੇ ਭਾਰੂ ਮਾਰੂ ਨਸ਼ਿਆਂ ਦਾ ਜਾਲ ਵਿਛਾਇਆ ਜਾ ਰਿਹਾ, ਸਮੈਕ ਹੈਰੋਇਨ ਤੇ ਪਤਾ ਨਹੀਂ ਕੈਸੇ ਨਸ਼ੇ ਜਿਹੜੇ ਆ ਉਹਨਾਂ ਦੀ ਭਰਮਾਰ ਹੋ ਰਹੀ ਹੈ। ਕਿਤੇ ਲੱਚਰ ਗਾਇਕੀ ਜਿਹੜੀ ਹੈ ਉਹਨੂੰ ਪ੍ਰਮੋਟ ਕਰ ਕਰਕੇ ਵੀ ਸਾਡੇ ਬੱਚੇ ਗੁਰਮਤਿ ਸਿਧਾਂਤਾਂ ਨੂੰ ਟੁੱਟਣ, ਉਹਨੂੰ ਪ੍ਰਚਾਰਿਆ ਜਾ ਰਿਹਾ। ਕਿਤੇ ਆ ਕਾਲੇ ਕਾਨੂੰਨ ਪਾਸ ਕਰਕੇ ਦਿਨ ਦਿਹਾੜੇ ਜਿਹੜਾ ਇਹ ਮਹਾਰਾਜ ਨੇ ਜਿਵੇਂ ਕਿਹਾ ਸੀ, ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ ਵੀ ਰਾਜੇ ਕਸਾਈ ਬਣ ਗਏ ਆ। ਦਿਨ ਦਿਹਾੜੇ ਗੱਡੀਆਂ ਦੇ ਥੱਲੇ ਦੇ ਦੇ ਕੇ ਕਿਸਾਨਾਂ ਨੂੰ ਕਤਲ ਕੀਤਾ ਜਾ ਰਿਹਾ। ਸੋ ਇਸ ਕਰਕੇ ਐਸੇ ਲੱਖਾਂ ਯਤਨ ਕੀਤੇ ਜਾ ਰਹੇ ਆ, ਸਾਡੀ ਮਾਂ ਬੋਲੀ ਪੰਜਾਬੀ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸੁਚੇਤ ਹੋਈਏ। ਅਸੀਂ ਕਈ ਵਾਰੀ ਬਾਬਾ ਬੁੱਢਾ ਜੀ ਦੇ ਸਥਾਨ ਤੇ ਸੰਗਤਾਂ ਹੁੰਦੀਆਂ, ਵਿਆਹ ਕਾਰਜ ਹੁੰਦੇ ਆ ਨਾ, ਕਾਰਡ ਲੈ ਕੇ, ਤੇ ਆਪਾਂ ਵੇਖਦੇ ਆ ਆਪਣੇ ਵਿਆਹਾਂ ਦੇ ਕਾਰਡ ਅੰਗਰੇਜ਼ੀ 'ਚ ਛਪਾਏ ਹੁੰਦੇ। ਪੁੱਛੀਏ ਵੀ ਪੜ੍ਹ ਕੇ ਸੁਣਾਓ, ਕਹਿੰਦੇ ਅੰਗਰੇਜ਼ੀ ਨਹੀਂ ਆਉਂਦੀ। ਤੇ ਅਸੀਂ ਕਹਿੰਦੇ ਗੋਰਿਆਂ ਨੂੰ ਘੱਲਣੇ ਹੁੰਦੇ ਬਾਹਰ ਭਲਾ ਤੁਸੀਂ ਕਾਰਡ। ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਸਾਧ ਸੰਗਤ ਜੀ ਪਿਆਰ ਕਰੀਏ, ਆਪਣਾ ਹਰ ਕਾਰਜ ਮਾਂ ਬੋਲੀ ਪੰਜਾਬੀ 'ਚ ਕਰੀਏ। ਆਪਣੇ ਵਿਆਹ ਕਾਰਜ, ਆਨੰਦ ਕਾਰਜ ਜਿਹੜੇ ਹੈ ਉਹ ਗੁਰਮਤਿ ਮਰਿਆਦਾ ਦੇ ਅਨੁਸਾਰ ਸਾਦੇ ਢੰਗਾਂ ਦੇ ਨਾਲ ਕਰੀਏ, ਜੇ ਆਪਾਂ ਬਚਣਾ ਚਾਹੁੰਦੇ ਹਾਂ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰਵਰ ਪੰਖੀ ਹੇਕੜੋ ਫਾਹੀ ਵਾਲ 50, ਇਹ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ। ਵੀ ਪੰਛੀ ਇੱਕ ਹੈ ਤੇ ਫਸਾਉਣ ਵਾਲੇ ਬੜੇ ਨੇ, ਤੇ ਐਸੇ ਸਮੇਂ ਦੇ ਵਿੱਚ ਅਸੀਂ ਤਾਂ ਹੀ ਬਚ ਸਕਦੇ ਹਾਂ ਜੇ ਇੱਕ ਸੱਚੇ ਗੁਰੂ ਦਾ ਓਟ ਆਸਰਾ ਲੈ ਕੇ ਗੁਰੂ ਦੀ ਭੈ ਭਾਵਨੀ ਵਿੱਚ ਚੱਲਦੇ ਹਾਂ। ਇਸ ਕਰਕੇ ਹਰ ਸਮੇਂ ਸਾਨੂੰ ਹਰ ਪੱਖ ਤੋਂ ਸੁਚੇਤ ਹੋਣਾ ਪਵੇਗਾ। ਆਪਣੇ ਕਾਰਜ ਸਾਈਨ ਪੰਜਾਬੀ 'ਚ ਕਰੀਏ, ਮਾਂ ਬੋਲੀ ਨਾਲ ਪਿਆਰ ਕਰੀਏ। ਕਿਉਂਕਿ ਜਿਹੜੇ ਆਪਣੀ ਭਾਸ਼ਾ ਛੱਡ ਗਏ, ਗੁਰਬਾਣੀ ਵਿੱਚ ਉਹਨਾਂ ਨੂੰ ਲਾਂਭਾ ਦਿੱਤਾ ਕਿ ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਈ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਉਹਨਾਂ ਨੂੰ ਕਿਹਾ ਕਿ ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਸੋ ਇਸ ਕਰਕੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਸਾਰੀਆਂ ਵਿਦਿਆ ਸਿੱਖ ਕੇ ਆਪਣੀ ਮਾਂ ਬੋਲੀ ਗੁਰਮਤਿ ਸਿਧਾਂਤਾਂ ਵਿੱਚ ਪਰਪੱਕ ਆਪਣੇ ਧੁਰੇ ਨਾਲ ਜੁੜਨਾ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀਆਂ ਵਿਦਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿਖਾਈਆਂ। ਇੱਥੋਂ ਤੱਕ ਵੀ ਜ਼ਿਕਰ ਆਉਂਦਾ ਏ ਸਾਧ ਸੰਗਤ ਜੀ, ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜੇ ਤੇ ਪਿਰਥੀਆ ਗੁਰੂ ਬਣ ਕੇ ਬੈਠ ਗਿਆ, ਲੋਕਾਂ ਕੋਲੋਂ ਧਨ ਪਦਾਰਥ ਲੈ ਲੈਂਦਾ ਤੇ ਉਹਨਾਂ ਨੂੰ ਦੂਜੇ ਪਾਸੇ ਭੇਜ ਦਿੰਦਾ। ਤਾਂ ਉਸ ਵੇਲੇ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਆਣ ਕੇ ਫਿਰ ਪਿਪਲੀ ਸਾਹਿਬ ਵਾਲੇ ਸਥਾਨ ਤੇ ਕਿਹਾ ਕਿ ਸੰਗਤ ਜੀ ਭਟਕਣਾ ਨਹੀਂ, ਪੂਰੇ ਗੁਰੂ ਅਰਜਨ ਸਾਹਿਬ ਜੀ ਨੇ ਉਹਨਾਂ ਦੇ ਚਰਨਾਂ ਵਿੱਚ ਜੁੜ ਕੇ ਹੀ ਜੀਵਨ ਦੀ ਸਫਲਤਾ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਸੁਣ ਕੇ ਮੰਨ ਕੇ ਸਾਰੇ ਭਟਕਣਾ ਛੱਡ ਕੇ ਉਹ ਫਿਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ, ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਆਏ। ਅੱਜ ਵੀ ਬਾਬਾ ਬੁੱਢਾ ਸਾਹਿਬ ਜੀ ਇਹ ਗੱਲ ਕਹਿ ਰਹੇ ਨੇ ਕਿ ਜਿਸ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠ ਕੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਬਣੇ, ਅੰਮ੍ਰਿਤ ਰਸਨਾ ਤੋਂ ਬਚਨ ਸੁਣਾਏ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਉਹ ਕਹਿ ਰਹੇ ਸੰਗਤ ਜੀ ਭਟਕਣਾ ਨਹੀਂ, ਪੂਰੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਬਾਣੀ ਦਾ ਪੱਲਾ ਪਕੜਨਾ ਹੈ। ਐਸੇ ਧੰਨ ਬਾਬਾ ਬੁੱਢਾ ਸਾਹਿਬ ਜੀ, ਆਪਾਂ ਬਚਨ ਦੀ ਆਰੰਭਤਾ ਕੀਤੀ ਸੀ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਜਿਨ੍ਹਾਂ ਦਾ ਜੀਵਨ ਇਹ ਬਾਣੀ ਦੀ ਵਿਆਖਿਆ ਕਰਦਾ ਏ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤ ਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਾਮਨਾ ਇੱਛਾ ਤੋਂ ਰਹਿਤ ਹੋ ਗਏ ਤੇ ਗੁਰੂ ਦੇ ਵਿੱਚ ਇੱਕਮਿਕ ਹੋ ਗਏ, ਸਿੱਖ ਦੇ ਵਿੱਚ ਤੇ ਗੁਰੂ 'ਚ ਕੋਈ ਅੰਤਰ ਨਾ ਰਿਹਾ। ਮਹਾਰਾਜ ਕਹਿੰਦੇ ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ, ਜਿਨ੍ਹਾਂ ਗੁਰ ਸਿੱਖਾਂ ਨੇ ਗੁਰੂ ਦਾ ਭਾਣਾ ਹੁਕਮ ਮੰਨਿਆ ਏ,
ਪੂਰਾ ਗੁਰੂ ਉਹਨਾਂ ਨੂੰ ਸੰਸਾਰ ਸਾਗਰ ਤੋਂ ਪਾਰ ਕਰਦਾ ਏ। ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਏ। ਐਸੇ ਗੁਰ ਸਿੱਖਾਂ ਦੀ ਧੂੜ ਵੀ ਪ੍ਰਾਪਤ ਹੋ ਜਾਵੇ ਤੇ ਸਾਡੇ ਜੀਵਾਂ ਦਾ ਉਧਾਰ ਕਲਿਆਣ ਹੁੰਦਾ ਹੈ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ। ਧੰਤਾ ਜੋਗੋ ਐਸੇ ਮਹਾਨ ਪਰਉਪਕਾਰੀ ਗੁਰਸਿੱਖ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦਿਆਂ ਆਪ ਗੁਰੂ ਚਰਨਾਂ 'ਚ ਜੁੜ ਬੈਠ ਕੇ ਗੁਰੂ ਕੀ ਬਾਣੀ ਦਾ ਆਨੰਦ ਮਾਣ ਰਹੇ ਹੋ। ਸਤਿਗੁਰੂ ਕਿਰਪਾ ਕਰਨ, ਸਭਨਾਂ ਨੂੰ ਗੁਰਸਿੱਖੀ ਜੀਵਨ ਗੁਰਮਤ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ। ਸਾਡੇ ਕੋਲ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਪਹੁੰਚ ਚੁੱਕੇ ਨੇ। ਉਹਨਾਂ ਨੂੰ ਜੀ ਆਇਆਂ ਆਖਿਆ ਜਾਂਦਾ। ਆਓ ਉਹਨਾਂ ਨੂੰ ਜੀ ਆਇਆਂ ਆਖਦਿਆਂ ਸਾਰੇ ਜਾਣੇ ਜਕਾਰੇ ਦੇ ਵਿੱਚ ਉਹਨਾਂ ਦਾ ਸਵਾਗਤ ਕਰੀਏ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਦੀ ਖਿਮਾ, ਬਚਨ ਗੁਰੂ ਕੇ ਜਾਣ ਕੇ ਮਨ ਅੰਦਰ ਵਸਾਉਣੇ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।